ਆਦ ਅਜੂਨ ਅਜੈ ਅਬਨਾਸੀ। ਪਰਵਦਗਾਰ ਕੁਲ ਖਲਕਤ ਹਰ ਦੁਆਲਮ ਪਾਤਸ਼ਾਹ। ਸੁਤੇ ਪ੍ਰਕਾਸ਼ ਆਵਾਜ਼ ਸ਼ਬਦ ਜੁਗੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਮੁਬਾਰਕ ਚਰਨਾਂ ਕਮਲਾਂ ਵਿੱਚ ਪ੍ਰੇਮ ਦੀਆਂ ਤੰਦਾਂ ਪਾ ਕੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪੋ ਆਪਣੀ ਆਤਮਾ ਦੇ ਭਲੇ ਲਈ ਔਰ ਸੁਰਤ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ। ਰਾਤਰੀ ਦੇ ਪਹਿਲੇ ਪੈਰ ਪੂਰੇ ਅਤੇ ਸੱਚੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਕਮਲਾਂ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਦਾਸ ਤੋਂ ਪਹਿਲਾਂ ਰਾਗੀ ਸਾਹਿਬਾਨਾਂ ਪਾਸੋਂ ਸਤਿਗੁਰਾਂ ਦੀ ਪਾਕ ਪਵਿੱਤਰ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚੌਥੇ ਰਾਗ ਆਸਾ ਰਾਗ ਅੰਦਰ ਬਾਬਾ ਸ਼ੇਖ ਫਰੀਦ ਜੀਆਂ ਨੇ ਦੋ ਹੀ ਸ਼ਬਦ ਉਚਾਰਨ ਕੀਤੇ ਆ ਤੇ ਦੋ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਵਿਦਮਾਨ ਕਰਵਾਏ ਆ। ਦੋ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 15ਵੇਂ ਰਾਗ ਸੂਹੀ ਰਾਗ ਵਿੱਚ ਦਰਜ ਨੇ। ਸਾਰੀ ਬਾਣੀ ਅੰਦਰ 4 ਸ਼ਬਦ ਨੇ ਭਗਤ ਸ਼ੇਖ ਫਰੀਦ ਜੀਆਂ ਦੇ 130 ਸ਼ਲੋਕ ਜਿਹੜੇ ਨੇ ਉਹ ਸਾਰੇ ਸ਼ਲੋਕ ਬਾਬਾ ਸ਼ੇਖ ਫਰੀਦ ਜੀਆਂ ਦੇ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ 3 ਸ਼ਲੋਕ ਨੇ ਬਾਬਾ ਸ਼ੇਖ ਫਰੀਦ ਜੀਆਂ ਦੇ ਸ਼ਲੋਕਾਂ ਅੰਦਰ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ 4 ਸ਼ਲੋਕ ਨੇ, 3 ਤੇ 4 7। ਇੱਕ ਸ਼ਲੋਕ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ 8। 12 ਸ਼ਲੋਕ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਨੇ। 12 ਤੇ 8 20 ਸ਼ਲੋਕ 4 ਗੁਰੂ ਸਾਹਿਬਾਨਾਂ ਦੇ ਨੇ। ਬਾਕੀ ਦੇ 110 ਸ਼ਲੋਕ ਜਿਹੜੇ ਨੇ ਬਾਬਾ ਸ਼ੇਖ ਫਰੀਦ ਜੀਆਂ ਦੇ ਨੇ। ਗੌਰ ਕਰਨ ਵਾਲੀ ਗੱਲ ਆ ਵੀ ਉਹਨਾਂ 110 ਸ਼ਲੋਕਾਂ ਦੇ ਵਿੱਚ ਲਗਭਗ 25-26 ਸ਼ਲੋਕ ਐਸੇ ਨੇ ਜਿਨ੍ਹਾਂ ਵਿੱਚ ਬਾਬਾ ਸ਼ੇਖ ਫਰੀਦ ਜੀਆਂ ਦਾ ਨਾਂ ਦਰਜ ਨਹੀਂ। ਜਿਵੇਂ ਪਹਿਲੇ ਪਹਿਰੇ ਫੁੱਲੜਾ ਫਲ ਪੇ ਪਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਢੂੰਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਅੱਗੇ ਸਬਰ ਦੇ 3 ਸ਼ਲੋਕ ਨੇ। ਸਬਰ ਮੰਝ ਕਮਾਣ ਇਹ ਸਬਰ ਕਾ ਨਹੀਂ ਹੋਣੋ। ਇਹ ਸ਼ਲੋਕ ਜਦੋਂ ਤੁਸੀਂ ਲਗਾਤਾਰ ਪੜੋਗੇ ਨਾ ਤਾਂ ਅੰਤ ਵਾਲੇ ਸ਼ਲੋਕ ਪੜੋਗੇ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਇਹਨਾਂ ਦੋਵਾਂ ਸਵਾਲਾਂ ਜਵਾਬਾਂ ਵਾਲੇ ਸ਼ਲੋਕ ਅੰਦਰ ਵੀ ਬਾਬਾ ਸ਼ੇਖ ਫਰੀਦ ਜੀ ਦਾ ਨਾਂ ਨਹੀਂ ਹੈ। ਅੰਤ ਵਾਲਾ ਸ਼ਲੋਕ ਪੜੋਗੇ ਉਹਦੇ ਵਿੱਚ ਵੀ ਬਾਬਾ ਸ਼ੇਖ ਫਰੀਦ ਜੀ ਦਾ ਨਾਂ ਦਰਜ ਨਹੀਂ। ਪਰ ਸ਼ੰਕਾ ਨਹੀਂ ਕਰਨਾ ਵੀ ਜੇ 130 ਸ਼ਲੋਕਾਂ ਵਿੱਚ ਲਗਭਗ 25-26 ਸ਼ਲੋਕ ਬਾਬਾ ਸ਼ੇਖ ਫਰੀਦ ਜੀਆਂ ਦੇ ਨਾਂ ਦਰਜ ਨਹੀਂ ਹੈ, ਬਈ ਸ਼ਾਇਦ ਇਹ ਸ਼ਲੋਕ ਬਾਬੇ ਸ਼ੇਖ ਫਰੀਦ ਦੇ ਹੋਣਗੇ ਹੀ ਨਾ। ਗੁਰਸਿੱਖ ਨੇ ਸ਼ੰਕਾ ਨਹੀਂ ਕਰਨਾ। ਭਾਈ ਗੁਰਦਾਸ ਜੀ ਆਂਦੇ ਆ
ਸ਼ੰਕਾ ਮਨੋ ਮਿਟਾਏ ਕੈ ਗੁਰ ਸਿੱਖਾਂ ਦੀ ਸੇਵ ਕਰਨ ਦਾ। ਸ਼ੰਕਾ ਕਰਨ ਦੀ ਥਾਂ ਤੇ ਗੁਰੂ ਨਾਨਕ ਦੇ ਸਿੱਖ ਨੇ ਸੇਵਾ ਕਰਨੀ ਹੈ। ਅੱਜ ਕੱਲ ਕੰਮ ਕੀ ਹੋਇਆ ਵੀ ਸਿੱਖ ਜਿਹੜਾ ਕਰਨ ਵਾਲਾ ਕੰਮ ਹੈ ਉਹ ਕਰਦਾ ਨਹੀਂ, ਤੇ ਜਿਹੜੇ ਕੰਮ ਤੋਂ ਮਹਾਰਾਜ ਨੇ ਵਰਜਿਤ ਕੀਤਾ ਉਹਨੂੰ ਬੜੀ ਤਨਦੇਹੀ ਨਾਲ ਕਰਦਾ। ਸ਼ੰਕਾ ਮਨੋ ਮਿਟਾਏ ਕੈ ਗੁਰ ਸਿੱਖਾਂ ਦੀ ਸੇਵ ਕਰਨ ਦਾ। ਸ਼ੰਕਾ ਕਿਉਂ ਨਹੀਂ ਕਰਨਾ? ਕਿਉਂਕਿ ਜਦੋਂ ਭਗਤ ਕਬੀਰ ਸਾਹਿਬ ਜੀਆਂ ਦੇ 243 ਸ਼ਲੋਕ ਸਮਾਪਤ ਹੋ ਜਾਂਦੇ ਆ, ਅੱਗੇ ਸਰਲੇਖ ਆਉਂਦਾ ਸ਼ਲੋਕ ਸ਼ੇਖ ਫਰੀਦ ਜੀਓ ਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਸਰਲੇਖ ਦੱਸਦਾ ਹੈ ਬਾਣੀ ਪੜਨ ਵਾਲਿਆ, ਬਾਣੀ ਸੁਣਨ ਵਾਲਿਆ, ਬਾਣੀ ਵਿਚਾਰਨ ਵਾਲਿਆ, ਇਹ ਜਿਹੜੇ 130 ਸ਼ਲੋਕਾਂ ਦਾ ਸਮੁੱਚਾ ਸੰਗ੍ਰਹਿ ਆ, ਇਹ ਧੰਨ ਬਾਬਾ ਸ਼ੇਖ ਫਰੀਦ ਜੀਆਂ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਨੇ। ਤੋ ਬਾਬਾ ਸ਼ੇਖ ਫਰੀਦ ਜੀਆਂ ਦੇ ਮੁਖ ਚੋਂ ਉਚਾਰਨ ਕੀਤੀ ਹੋਈ ਬਾਣੀ 4 ਸ਼ਬਦ ਪਿੰਗਲ ਦੇ ਲਿਹਾਜ਼ ਨਾਲ ਲਮੇਰੇ ਨੇ, ਤੇ ਬਾਕੀ 110 ਸ਼ਲੋਕ ਭਗਤ ਸ਼ੇਖ ਫਰੀਦ ਜੀਆਂ ਦੇ ਤੇ 20 ਸ਼ਲੋਕ 4 ਗੁਰੂ ਸਾਹਿਬਾਨਾਂ ਦੇ ਨੇ। ਤੋ ਮਹਾਂਪੁਰਖਾਂ ਦੀ ਇਹ ਜੁਗਤੀ ਹੁੰਦੀ ਵੀ ਜਿੱਥੋਂ ਵਿਚਾਰ ਸਮਾਪਤ ਹੋਵੇ ਉੱਥੋਂ ਵਿਚਾਰ ਪ੍ਰਾਰੰਭ ਹੋਵੇ। ਆਉਣ ਵਾਲੇ ਵਿਦਵਾਨ ਹੋਵੇ, ਕੋਈ ਮਹਾਂਪੁਰਖ ਹੋਵੇ, ਕੋਈ ਗੁਰੂ ਨਾਨਕ ਦੇ ਘਰ ਦਾ ਸਿੱਖ ਹੋਵੇ, ਉਹਦੀ ਜਿਵੇਂ ਬਚਨ ਪੜ੍ਹੇ ਜਾ ਰਹੇ ਸਨ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਐ ਇੱਕ ਸਤ ਚਿਤ ਆਨੰਦ ਪਰਿਪੂਰਨ ਪ੍ਰਮਾਤਮਾ, ਐ ਅੱਲਾ ਮੀਆਂ ਪਾਕ, ਮੈਂ ਸ਼ੇਖ ਫਰੀਦ ਤੇਰੇ ਦਰ ਦਾ ਦਰਵੇਸ਼ ਅਰਜ ਗੁਜ਼ਾਰ ਰਿਹਾ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਤੂੰ ਸੱਚਾ ਹੈ, ਕਰਮ ਕਈਏ ਰਹਿਮਤ ਕਰਨ ਵਾਲਾ ਹੈ। ਐਬਾਂ ਤੋਂ ਰਹਿਤਿਆਂ ਦੇ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ। ਮੈਂ ਇੱਕ ਬੇਨਤੀ ਕਰ ਰਿਹਾ, ਜਰਾ ਕੰਨ ਲਾ ਕੇ ਸੁਣਿਓ ਖਾਂ। ਐ ਸ਼ੇਖ ਫਰੀਦ ਕੀ ਬੇਨਤੀ ਪਿਆ ਕਰਨ ਲੱਗਾ? ਐ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆ, ਤੇ ਸੁਣਿਆ ਵੀ ਜਿਹੜਾ ਜੀਵ ਤੇਰੀ ਸ਼ਰਨ ਵਿੱਚ ਆ ਜਾਂਦਾ ਤੂੰ ਉਹਨਾਂ ਨੂੰ ਕੁਝ ਨਾ ਕੁਝ ਬਖਸ਼ਣਾ। ਆਪੇ ਸੇਵਾ ਲਾਇਆ ਨੇ ਆਪੇ ਬਖਸ਼ ਕਰੇ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਪਹਿਲਾ ਨੰਬਰ ਤੇ ਮੈਨੂੰ ਤੂੰ ਆਪਣੀ ਸ਼ਰਨ ਬਖਸ਼ੀ ਹੈ। ਸ਼ਰਨ ਵਿੱਚ ਆਏ ਨੂੰ ਤੂੰ ਰਹਿਮਤ ਕੀਤੀ ਕਿ ਮੇਰੇ ਗੁਨਾਹ ਬਖਸ਼ ਦਿੱਤੇ ਨੇ, ਔਗਣ ਕੋ ਨਾ ਚਤਾਰਦਾ। ਮੇਰੇ ਗੁਨਾਹ ਬਖਸ਼ ਦਿੱਤੇ ਆ, ਤੇ ਹੁਣ ਬੇਨਤੀ ਇਹ ਕਿ ਨਾਲ ਦੀ ਨਾਲ ਜੇ ਗੁਨਾਹ ਬਖਸ਼ੇ ਨਹੀਂ ਨਾ, ਮੈਨੂੰ ਕੋਈ ਸੇਵਾ ਵੀ ਬਖਸ਼। ਗੁਰੂ ਆਪਣੇ ਸੇਵਕ ਤੇ ਬਖਸ਼ਿਸ਼ ਕਰਦਾ ਹੈ, ਪਹਿਲਾਂ ਉਹਦੇ ਗੁਨਾਹ ਬਖਸ਼ਦਾ, ਫੇਰ ਉਹਦੀ ਝੋਲੀ 'ਚ ਸੇਵਾ ਪੈਂਦੀ ਹੈ। ਭਾਵੇਂ ਉਹ ਸਿਮਰਨ ਦੀ ਪੈ ਜਾਏ, ਜਨ ਰਾਤਾ ਹਰ ਨਾਮ ਕੀ ਸੇਵਾ, ਭਾਵੇਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਜੋੜੇ ਝਾੜਨ ਤੋਂ ਲੈ ਕੇ ਤੇ ਨਿਸ਼ਾਨ ਸਾਹਿਬ ਦੇ ਫਰਲੇ ਚਲਾਉਣ ਤੱਕ ਦੀ ਸੇਵਾ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੀ। ਬਾਬਾ ਸ਼ੇਖ ਫਰੀਦ ਜੀਆਂ ਨੇ ਅੱਲਾ ਮੀਆਂ ਪਾਕ ਦੇ ਕੋਲੋਂ ਦੁਆ ਕਰਕੇ ਬੰਦਗੀ ਦੀ ਦਾਤ ਮੰਗੀ। ਸਾਰੀ ਸੰਗਤ ਇੱਕ ਹਿੱਸੇ ਵਿੱਚ ਮੈਂ ਗਾਉਣਾ, ਦੂਜੇ ਹਿੱਸੇ ਤੁਸਾਂ ਸਾਰਿਆਂ ਨੇ ਪੜਨਾ ਰਲ ਮਿਲ ਕੇ। ਗੂੰਜ ਪਾਇਓ, ਪਤਾ ਲੱਗੇ ਕਿ ਤੁਸੀਂ ਬੈਠੇ ਆ ਗੁਰੂ ਸਾਹਿਬ ਦੀ ਸ਼ਰਨ ਵਿੱਚ। ਪਾਈ ਮਾਲਕਾ ਮੈਨੂੰ ਖੈਰ ਬੰਦਗੀ ਦੀ, ਪਾਈ ਮਾਲਕਾ ਮੈਨੂੰ ਖੈਰ ਬੰਦਗੀ ਦੀ। ਪਾਈ ਮਾਲਕਾ
खैर बंदगी दी सबा खैर बंदगी दी, खैर बंदगी दी सबा खैर बंदगी दी। तेरी पनाह खुदाए तू बख्शंदगी, शेख फरीदा खैर दीजै बंदगी। धन श्री गुरु ग्रंथ साहब महाराज जियां कोलों बंदगी दी खैर मंगी जा रही सी। आओ आपां भी महाआनंद गुर शब्द विचार इतिहास ते गुरबाणी दी विचार कथन करके सरवण करके लाखा प्राप्त करिए। धन गुरु ग्रंथ साहब महाराज जियां दे गुरमुखो जदों एक अंग तो बाणी पढ़ोगे ना, अठ अंग तक दी जिहड़ी बाणी है जपजी साहब दी बाणी है। 8वें अंग दे मध्य विचों ही सोदर दी बाणी प्रारंभ हुंदी। इहनूं तुसीं रहरास साहब नहीं कह सकदे, क्योंकि इहदे विच ना तां चौपाई साहब आ, ना इहदे विच रामकली महाला तीजा आनंद साहब दी 6 पौड़ियां ने, ना ही मुधावनी दे शब्द ने। इस सोदर दी बाणी है ते सोदर तो बाद अगे सोला साहब दी बाणी है। पहले 13 अंग गुरु ग्रंथ साहब महाराज दी बाणी दे रागां तो मुक्त ने, पर बा कमाल दी बात यह है कि 8वें अंग दे मध्य तो बाद जिहड़ा सोदर राग आसा महाला पहला शुरू हुंदा, वो शब्द राग विच उचारण कीता होया। सोदर दी बाणी दे जिहड़े शब्द ने वो रागां विच उचारण कीते ने। सोला साहब दी बाणी दे भी शब्द रागां विच ने। 3 राग ने, आसा राग दे शब्द ने, फिर गूजरी दे ने, वाहिगुरू गौड़ी दे आ गए, फिर धनासरी महाला पहला आ गए, फिर सोला साहब च 2 शब्द गौड़ी दे ने, रासा दे नाले। 14 अंग तो राग शुरू हुंदे ने। श्री राग माज गौड़ी आसा ते गूजरी, देव गंधारी बिहागड़ा वडहंस सोरठ ते तनासरी, जैत सरी टोडी बैराड़ी तलंग सूही बिलावल गौंड रामकली नट नारायण माली गौड़ा मारू तो खारी के दारा। ये गुरु ग्रंथ साहब महाराज जियां दा तुखारी तो बाद केदारा राग जिहड़ा आ 22वां राग है। तुखारी राग तो 22वें राग तो बाद 1117 अंग तो राग शुरू हुंदा राग केदारा, ते 23 नंबर आ गया केदारा राग। धन श्री गुरु ग्रंथ साहब महाराज दी बाणी पढ़न तो बाद, कंठ करन तो बाद, जो कापी पेन लैके गुरबाणी लिखोगे ना, जिन्हों महाराज ने हुक्म किया जो प्रभ को मिलबो चाहे खोज शब्द में ले, जदों गुरबाणी नूं खोजण बाओगे तां गुरु ग्रंथ साहब महाराज दे 23वें राग केदारा राग दे अंदर छंतां दी बाणी जदों पढ़न लगोगे, लिखण लगोगे, खोजण लगोगे, छंत राग जिहड़े छंतां दी बाणी है केदारा राग दी, वो सारे गुरु ग्रंथ साहब महाराज दे 31 रागां विचों नंबर 1 ते 17 रागां विच तां छंतां दी बाणी दर्ज नहीं कीती महाराज ने। 14 रागां विच छंतां दी बाणी प्रारंभ ते 22वें राग दी खासियत है कि उहदी शुरुआत ही छंत तो हुंदी है। तुखारी छंत महाला पहला 12 माह। 23वें राग केदारा राग दे अंदर जो छंत प्रारंभ होएगा, इस छंत दे 4 बंद ने ते इहदे विच विलक्षणता ही की है कि इक्को ही गुरु ग्रंथ साहब महाराज दे 23वें राग केदारा राग दे छंत ने, जिस छंत दे विच पहली पंक्ति ते रहाओ सतगुरां ने शब्द विद्यमान कीता। सारे गुरु ग्रंथ साहब महाराज दे विच छंतां दी बाणी पढ़ोगे, 14 रागां विच बाणी छंतां 'च दर्ज कीती है पिंगल दे लिहाज नाल,
पर किसे 14वें 14 रागां विचों बाकी दे 13 रागां दे छंतां विच रहाओ अखर नहीं वरतिया महाराज ने। केवल केदारा राग दे छंतां दे विच ओह भी खासियत है कि पहली पंक्ति ते रहाओ शब्द वरते। महाराज की आंदे आ, मिल मेरे मित्र प्यारिया, मिल मेरे मित्र प्यारिया, मिल मेरे मित्र प्यारिया, मिल मेरे मित्र प्यारिया, मिल मेरे मित्र प्यारिया रहाओ। धन गुरु ग्रंथ साहब महाराज जियां दे बहुत सारे ऐसे शब्द ने जिन्हां विच एक पंक्ति ते रहाओ आउंदा है, वो भी कि जिन्हां दी पहली पंक्ति ते रहाओ दा बंद हुंदा है। जिवें बंदना हर बंदना गुण गावो गोपाल राय रहाओ, हों बार बार ज्यों गुर गोपाल रहाओ, कवन गुण प्राणपत मिलो मेरी माई रहाओ। ये बहुत सारे शब्द ने जिन्हां दी पहली पंक्ति ते रहाओ दा बंद हुंदा है। ये केदारा राग दे छंत विच महाराज बख्शिश करदे आ, हर बिन जो रहना नरक सो सहना, चरण कमल मन बेदिया। हर बिन जो रहना, एक अकाल पुरख वैगुरु तो बिना जिहड़ा जीवन बसर करना है ना, महाराज आंदे ऐ जानो नरक सो सहना, भी जिवें बंदा जिउंदे जी नरक भोगदा पिया। मोया नरक निवास ते वखरी गल है ना, मरण तो बाद लोकी उम्मीद रखते भी बंदे ने बदी कीती नरक भोगेगा। नरकां दे खूह खा नहीं है किते एवें भुलेखा रवे। गुरु ग्रंथ साहब महाराज दा 21वां राग पढ़ो, राग मारू, ते महाराज ने 16 बाणी दे अंदर जिक्र कीता है, 84 नरक साकत भोगाईऐ, जैसा कीचै तैसो पाईऐ। चारे खानियां दे राही अंडज जिरज सित जुत पुज तेरे कीते जनता। इन्हां चारे खानियां दे राही जदों आपां वार-वार सृष्टि ते आउणा है, जिन्ना समा आपां गर्भ काल दे समय विच रहना वो आपां नरक भोगिया ते भोगना है। जे मन मुखा नूं फिर जन्म है नानक हर पाए। जे अगला जन्म परमेश्वर दे हुक्म मुताबक होया आपां फिर नरक भोगांगे। गर्भ काल दा समा नरक मन्निया बाणी ने। पर दूजा पक्ष मारे कहंदे जिउंदे जी भी मनुख नरक भोगदा है। कदों? हर बिन जो रहना, एक सत चित आनंद परिपूर्ण परमात्मा तो बिना जीवन बसर करना, भावें आली शान मकान विच रहिंदा। महाराज आंदे नरक सो सहना, नरक दी जिंदगी पिया बसर करना है। चरण कमल मन बेदिया। पर जिन्हां उत्ते वैगुरु किरपा करदा है उन्हां दा मन गुरु दे चरनां कमलां विच बेदिया जांदा, भाव मन परोया जांदा। मन जिहड़ा सुरत आए गुरु शब्द विच जुड़ जांदी है। हर रसक बैरागी हर नाम लिव लागी, कतहु न जाए न खेदिया। हर रसक बैरागी, जेड़ा जीव एक अकाल पुरख वैगुरु दे नाम दा रसक रसिया बन गया। जिवें तुसीं जुड़ के बैठे हो, पहला भावना सहित कीर्तन सरवण कीता, हुण कथा सरवण कर रहे हो, उस तो बाद इतिहास, छाती शीतल मन सुखी शांत गोबिंद गुण गाए। इतिहास के छंदाबंदी की काव रचना होनी है बाद विच कवीसर सिंघां ने, तुसां फिर बह के सुनना है। ये रस हर रसक बैरागी, हरि दे नाम दा रस कहिए रसिया होके ते नाल बैरागी बन के परमेश्वर दे नाम दा रस प्राप्त करना। बहुत सारी दुनिया ने आ कथा कीर्तन नूं आल्ट समझिया, कला, वरना एक कला नहीं है, ये भगती है। जे किते मनुख नूं इहदी समझ पै जाए, हर रसक बैरागी हर नाम लिव लागी, कतहु न जाए न खेदिया। जेड़े जीव परमेश्वर दे नाम दे रसिए बन जांदे ने, आ दुनियावी पदार्थां तो उपराम हो जांदे ने, रारा रस निरस कर जाने आ, होए निरस
सो रस पहचाने। माफ करना, कईयां सज्जणा ने चक्की दे पुड़ज दियां 4-4 रोटियां झंब के बैठे होने, चत्तो पैर नहीं खुराक वाल ख्याल रखी दी हुंदी कि शरीर दे अंदर ना, अपने अंदर सूक्ष्म शरीर है ते दे अंदर अपने मन बुद्ध चित्त अचुतिष्टे अंतः करन दा वसेबा है ते मन राजा सुल्तान, अंदर मन भी है ते अंदर साडी आत्मा भी। कल दिन लंघिया अमावस आत्म सुखी भय संतोख दिया गुरुदेव। अंदर आत्मा दा वसेबा है, उन्हां दी रूह जिहड़ी रिजक नहीं है, आत्मा दी जिहड़ी खुराक है परमेश्वर दा भजन है, बंदगी है। तेरी पनाह खुदाए तू बख्शंदगी, शेख फरीदा खैर दी जय बंदगी। हर रसक बैरागी हर नाम लिव लागी, कतहु ना जाए नखेदिया। जेड़ा जीव परमेश्वर दे नाम दा रसिया होएगा, परमात्मा दे नाम दे विच लीन होएगा, लिव लगी होएगी ओदी। साची लिवै बिन देह निमाणी, देह निमाणी लिवै बाजो, क्या करे बेचारीए। जिन्हां जीवां दी सुरत शब्द नाल जुड़ जांदी है, महाराज जांदे आ कतहु ना जाए नखेदिया। उन्हां दी ना जिउंदे जी नखेदी हुंदी है। वेख्या ना जमाने च किन्नी तोए लाणत हुंदी बहुते बंदियां दी, जिन्हां दे मत्थे ते बदनामी दा दाग लग जांदी, तोए लाणत बहुत हुंदी। पर महाराज जांदे आ तू परमेश्वर दा नाम जपना कर, परमेश्वर दे नाम दा रस लै। कतहु ना जाए नखेदिया, ना तेरी घर ना बाजार ना देश ना प्रदेश ना लोक तो ना परलोक, किते भी तेरी नखेदी नहीं होएगी। की बनेगा? जह जाइए तहां सुहेले, जिथे भी जाएगा सुहेला रहेगा। साध संगत विच रहना ये सब तो वड्डी दात है परमेश्वर की। साध संग रहना, हर स्यों जाए मिलना, सो सुख अंक ना मावै। महाराज ने साध संगत विच वसेबा करना ते साध संगत दे विचों ही वैगुरु दे नाल मिलाप हो जाना, ये वड्डी सारी प्राप्ति है। सत संगत जुड़ के बवांगे, इथों परमात्मा दे नाम दी दात प्राप्त होएगी। गुरमुखो, ये जिस दिन तो अकाल पुरख वैगुरु ने इस सृष्टि का निर्माण किया, उस दिन तो परमात्मा ने अपने नाम की महिमा वसाई है। जेता कीता तेता नाओ, सृष्टि का चप्पा चप्पा बेरा बेरा जिहड़ा परमेश्वर के नाम की बरकत नाल सर सबज होया। ते आपां परमेश्वर कोलों बंदगी की दात मंगनी है। बंदगी कहिए भगती। धन श्री गुरु अंगद देव महाराज जो गुरता गद्दी ते विराजमान होए ना, तो गुरु नानक देव महाराज कहन लगे, पुरखा हुण तेरा करतारपुर रहना ठीक नहीं, मेरे पुत्रा ने तेरी विरोधता करनी, तू इथों चले आ। महाराज किथे जाइए? कहन लगे खडूर साहब चले जाओ। दिता छड़ करतारपुर बैठ खडूर है जोत जगाई। उथों चले ते चलदे चलदे खडूर साहब आ गए। ते इत्थे आउंदियां सार बलवंड खीवी नेक जन जिस बहुती छां पतराली, माता खीवी जियां ने लंगर दी ड्यूटी संभाल रही ते गुरु अंगद देव महाराज ने गुरता गद्दी दा पहरा संभालिया। ब्रह्म ज्ञानी बाबा बुढ़ा साहब वर्गियां रूहां भी आ गईयां ते सेवावां चल पईयां, संगतां दी आवाजाही होण लग पई। रोज दीवान सजदा, दूसरे पासे लंगर दे प्रबंध चलदे आ। तो चलदियां चलदियां ना गुरु कीयां संगतां आउण लगियां। भाई गुरदास जियां ने 40 वारां उचारण कीतियां, उन्हां दे विच 913 पौड़ियां ने। गुरमुखो, आ बेनती है तुहानू सारियां नू, कला ये नहीं कि भी असीं साल बाद एक समागम कराउने आ। अपने धीआं पुत्रां नू गुरु ग्रंथ साहिब महाराज दी बाणी नाल जोड़ो। जदों साडे बच्चे गुरबाणी नाल जुड़नगे, तुहाडीआं जड़ां जिहड़ियां पताल च लगणगीआं। आउण वाला समां बड़ा नाजुक आ रिहा। जे सिखां दे धीआं पुत्रां कोल बाणी ना होई, बाणा ना होया, तां महाराज कहण लगे इन्हां नू किसे एजेंसियां नू की मारन दी लोड़ है, ना आप ही मर जाण। संतां सेती रंग ना लाए। 36 महापुरखां दी बाणी जदों अपना इन्हां नाल प्रेम ही ना होया, भगतां नाल, भट्ट साहिबानां नाल, गुरुआं नाल, गुरु के सिखां नाल, संतां सेती रंग ना लाए।
ਸਾਕਤ ਸੰਗ ਵੇ ਕਰਮ ਕਮਾਏ। ਮੰਦੀ ਬਿਰਤੀ ਵਾਲਿਆਂ ਦੇ ਨਾਲ ਬਹਿ ਕੇ ਦੰਦੀ ਟੋਕਵੀਂ ਰੋਟੀ ਕਰ ਲਈ, ਆਪਾਂ ਨੂੰ ਕਿਸੇ ਨੂੰ ਕੀ ਲੋੜ ਮਾਰਨ ਦੀ, ਸਿਆਪਾ ਹੀ ਮਰ ਜਾਣਾ। ਸੰਤਾਂ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵੇ ਕਰਮ ਕਮਾਏ। ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀ। ਸੰਤਾਂ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵੇ ਕਰਮ ਕਮਾਏ। ਦੁਰਲੱਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਓ। ਸਿੱਖਾਂ ਨੂੰ ਕੋਈ ਏਜੰਸੀ ਮਾਰਨ ਆਵੇ, ਇਹਨਾਂ ਨੂੰ ਕੋਈ ਲੋੜ ਨਹੀਂ, ਇਹਨਾਂ ਨੇ ਬਾਣੀ ਨਾਲੋਂ ਟੁੱਟ ਜਾਣਾ ਨਾ ਆਪੇ ਹੀ ਮਰ ਜਾਣਾ। ਤਾਂ ਮਹਾਰਾਜ ਕਹਿੰਦੇ ਆ ਗੁਰਮੁਖੋ ਬਾਣੀ ਨਾਲ ਜੁੜ ਕੇ ਰਹਿਣਾ, ਬਾਣੇ ਨਾਲ ਜੁੜ ਕੇ ਰਹਿਣਾ। ਜਦੋਂ ਆਪਾਂ ਬਾਣੇ ਨਾਲ ਜੁੜ ਕੇ ਰਵਾਂਗੇ, ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਸਿੱਖ ਦੇ ਪੈਰ ਹਿਲਾ ਨਹੀਂ ਸਕਦੀ ਹੈ। ਬਾਣੀ ਜ਼ਰੂਰ ਪੜ੍ਹਨੀ। ਭਾਈ ਗੁਰਦਾਸ ਜੀ ਨੇ 40 ਵਾਰਾਂ ਉਚਾਰਨ ਕੀਤੀਆਂ, 913 ਪੌੜੀਆਂ ਨੇ। 11ਵੀਂ ਵਾਰ ਦੀ 15ਵੀਂ ਪੌੜੀ ਵਿੱਚ ਭਾਈ ਸਾਹਿਬ ਲਿਖਦੇ ਆ ਕਿ ਇਹ ਪੌੜੀ ਵਿੱਚ ਕੁਝ ਸਿੱਖ ਨੇ ਜਿਹੜੇ ਚੱਲ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਸ਼ਨ ਕਰਨ ਨੂੰ ਆ ਰਹੇ ਨੇ। ਗ੍ਰਸਤੀਆਂ ਦਾ ਹੁੰਦਾ ਵੀ ਕੋਈ ਨਗਰ ਦੀ ਸੰਗਤ ਇਕੱਠੀ ਹੋਈ ਜਾਂ ਲਾਗਲੇ ਨਗਰ ਚੋਂ ਸੰਗਤ ਇਕੱਠੀ ਹੋਈ, ਪਰ ਭਾਈ ਖਾਨੂ ਤੇ ਭਾਈ ਮਾਈਆ ਦੋ ਪਿਓ ਪੁੱਤਰ ਗੁਰੂ ਕੇ ਸਿੱਖ। ਪੁੱਤਰ ਨੇ ਆਖਿਆ ਪਿਤਾ ਜੀ ਆਪਾਂ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ 'ਚ ਜਾਣਾ ਚਾਹੀਦਾ। ਕਹਿਣ ਲੱਗੇ ਸ਼ਾਬਾਸ਼ ਪੁੱਤਰਾ ਵੀ ਤੂੰ ਇਹ ਗੱਲ ਕੀਤੀ ਹੈ। ਦੋਵੇਂ ਪਿਓ ਪੁੱਤਰ ਦਸਵੰਧ ਦੀ ਭੇਟਾ ਲੈ ਕੇ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਤੇ ਜਦੋਂ ਇਹ ਤੁਰੇ ਤੁਰੇ ਆਉਂਦੇ ਨੇ ਤੇ ਅਗਲੇ ਨਗਰ 'ਚ ਜਾਂਦੇ ਆ, ਇਹ ਗੁਰੂ ਕਾ ਸਿੱਖ ਹੋ ਰਿਹਾ। ਉਹ ਗੁਰੂ ਕਾ ਸਿੱਖ ਦਾ ਨਾਂ ਆ ਭਾਈ ਗੋਵਿੰਦਾ। ਉਹ ਆਪਣੇ ਖੇਤ 'ਚ ਕੰਮਕਾਰ ਪਿਆ ਕਰਦਾ ਤੇ ਉਹਨੇ ਪੁੱਛਿਆ ਇਹਨਾਂ ਨੂੰ ਆਉਣ ਲੱਗਿਆਂ ਨੂੰ ਵੀ ਤੁਸੀਂ ਕਿੱਥੋਂ ਆਏ ਜੇ? ਕਹਿਣ ਲੱਗੇ ਅਸੀਂ ਫਲਾਣ ਨਗਰ ਤੋਂ ਆਏ। ਜਾਣਾ ਕਿੱਥੇ ਆ? ਸ੍ਰੀ ਖਡੂਰ ਸਾਹਿਬ ਜਾਣਾ। ਕਿਹਨਾਂ ਨੂੰ ਮਿਲਣ ਚੱਲੇ ਹੋ? ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਮਿਲਣ ਚੱਲੇ। ਕਹਿਣ ਲੱਗੇ ਜੀ ਮੈਂ ਤੁਹਾਡੇ ਨਾਲ ਚੱਲਾਂ, ਕੋਈ ਇਤਰਾਜ਼ ਤੇ ਨਹੀਂ? ਕਹਿਣ ਲੱਗੇ ਕੋਈ ਗੱਲ ਨਹੀਂ, ਆਓ ਚੱਲੀਏ। ਇੱਕ ਸਿੱਖ ਦੋਏ ਸਾਧ ਪੰਜੀ ਪਰਮੇਸ਼ਰ। ਉਹ ਚੱਲਦੇ ਚੱਲਦੇ ਭਾਈ ਗੁਰਦਾਸ ਜੀ ਲਿਖਦੇ ਆ ਵੀ ਖਾਨੂ ਮਈਆ ਪਿਓ ਪੁੱਤ ਹੈ, ਗੁਣ ਗਾਹਕ ਗੋਬਿੰਦ ਭੰਡਾਰੀ। ਭਾਈ ਖਾਨੂ ਤੇ ਭਾਈ ਮਾਈਆ ਦੋਵੇਂ ਪਿਓ ਪੁੱਤਰ ਆਉਂਦੇ ਪਏ ਸੀ। ਇਹਨਾਂ ਦੇ ਨਾਲ ਇੱਕ ਗੁਣ ਦਾ ਗਾਹਕ, ਸਾਚੇ ਕਾ ਗਾਹਕ ਵਿਰਲਾ ਕੋ ਜਾਣ। ਗੁਣਾ ਦਾ ਗਾਹਕ ਭਾਈ ਗੋਬਿੰਦਾ ਜਿਹੜਾ ਭਗਤੀ ਦਾ ਭੰਡਾਰਾ ਆ, ਭਾਵ ਚੱਤੋ ਪੈਰ ਸਤ ਕਰਤਾਰ ਜਪਦਾ ਰਹਿੰਦਾ। ਤੇ ਜਿਹੜਾ ਇਹਨੂੰ ਬੰਦਾ ਮਿਲਦਾ ਉਹਨੂੰ ਵੀ ਆਂਦਾ ਗੁਰਮੁਖਾ ਸੰਸਾਰ ਤੇ ਆਇਆ ਸਦਾ ਨਹੀਂ ਰਹਿਣਾ, ਅੱਜ ਨਹੀਂ ਕੱਲ, ਕੱਲ ਨਹੀਂ ਅਗਲੇ ਦਿਨ ਦੁਨੀਆ ਛੱਡ ਕੇ ਚਲੇ ਜਾਣਾ। ਪਰਮੇਸ਼ਰ ਦਾ ਨਾਮ ਜਪਿਆ ਕਰ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ। ਮੇਰੀ ਜਿੰਦੜੀ ਐ ਮੱਤ ਕੇ ਜਾਪੈ, ਸਾਹੋ ਆਵੈ ਕਿ ਨਾ ਆਵੈ ਰਾਮ। ਆਪਾਂ ਮਹਿਮਾਨ ਜਿੰਦੜੀਏ, ਕੜੀ ਦੋ ਕੜੀ ਦੇ ਵਗਦੀਆਂ ਨੇ ਤੇਜ ਹਵਾਵਾਂ। ਪੱਤੇ ਨੇ ਝੜੀ ਦੇ ਦੁੱਧ ਪੁੱਤ ਵੇਖ ਬਗਾਨੇ। ਹੋ ਕੇ ਨਹੀਂ ਭਰੀ ਦੇ ਵੇਖੇ ਮੈਂ ਬੜੇ ਸ਼ਕੰਦਰ। ਖਾਲੀ ਹੱਥ ਸੜੀ ਦੇ ਵੇਖੇ ਮੈਂ ਬੜੇ ਸ਼ਕੰਦਰ। ਇਹ ਗੁਰੂ ਕਾ ਸਿੱਖ ਆਪ ਵੀ ਨਾਮ ਜਪਦਾ, ਦੂਜਿਆਂ ਨੂੰ ਵੀ ਬਾਣੀ ਲਈ ਪ੍ਰੇਰਿਤ ਕਰਦਾ। ਇਹ ਸਿੱਖ ਚੱਲਦੇ ਚੱਲਦੇ ਵਾਹ ਖੁਦਾ ਹੀ ਮੰਜ਼ਲਾ ਮਾਰਦੇ ਖਡੂਰ ਸਾਹਿਬ ਆ ਪਹੁੰਚੇ। ਸਜੇ ਦੀਵਾਨ ਵਿੱਚ ਮਹਾਰਾਜ ਆਸਣ ਦੇ ਉੱਤੇ ਬਿਰਾਜਮਾਨ ਨੇ। ਸੱਜੇ ਖੱਬੇ ਗੁਰੂ ਕੀ ਸੰਗਤ, ਮਾਈ ਭਾਈ ਦੀ ਸੰਗਤ ਬੈਠੀ ਹੈ। ਆ ਕੇ ਇਹਨਾਂ ਨੇ ਦਸਵੰਧ ਦੀ ਭੇਟਾ ਰੱਖੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਤੇ ਜਦੋਂ ਨਮਸਕਾਰ ਹੋ ਗਈ, ਅਰਦਾਸ ਬੇਨਤੀ ਕੀਤੀ, ਤੇ ਗੁਰੂ ਅੰਗਦ ਦੇਵ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ, ਅੰਤਰਜਾਮੀ ਸਭ ਵਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ। ਮਹਾਰਾਜ ਕਹਿਣ ਲੱਗੇ ਗੁਰਮੁਖੋ ਆਓ ਸਾਡੇ ਲਾਗੇ ਬਹੁ। ਆਪਣੇ ਲਾਗੇ ਬਿਠਾ ਲਿਆ। ਜਦੋਂ ਲਾਗੇ ਬੈਠੇ ਬੈਠੇ ਨਾ
ਬੇਨਤੀ ਕਰਦੇ ਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗ੍ਰਸਤੀ ਆ, ਸਾਰਾ ਦਿਨ ਕੰਮਕਾਰ ਕਰਦਿਆਂ ਦਿਨ ਗੁਜ਼ਰ ਜਾਂਦਾ ਹੈ, ਨਾ ਸਤ ਸੰਗਤ ਲਈ ਸਮਾਂ ਬਚਦਾ ਹੈ, ਨਾ ਸਿਮਰਨ ਹੁੰਦਾ ਹੈ। ਆਪ ਕਿਰਪਾ ਕਰੋ ਕੋਈ ਜੁਗਤੀ ਦ੍ਰਿੜ ਕਰਾਓ ਜਿਹਦੇ ਨਾਲ ਇੱਕੋ ਕੰਮ ਕੀਤਿਆਂ ਸਾਡਾ ਲੋਕ ਤੇ ਪ੍ਰਲੋਕ ਸਵਰ ਜਾਏ। ਇੱਕੋ ਹੀ ਕਾਰਜ ਕੀਤਿਆਂ ਸਾਡੇ ਦੋਵੇਂ ਲੋਕ ਤੇ ਪ੍ਰਲੋਕ ਸਵਰ ਜਾਣ। ਇਹ ਦੱਸੋ ਕਿ ਸਾਰਿਆਂ ਤੋਂ ਸ੍ਰੇਸ਼ਟ ਕਰਮ ਕੀ ਹੈ? ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਸਾਰਿਆਂ ਤੋਂ ਸ੍ਰੇਸ਼ਟ ਕਰਮ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨੀ, ਭਗਤੀ ਕਰਨੀ। ਤੇਰੀ ਪਨਾਹ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਮਹਾਰਾਜ ਕਿਰਪਾ ਕਰਕੇ ਦੱਸੋ ਇਹ ਜਿਹੜੀ ਭਗਤੀ ਦੇ ਕਿੰਨੇ ਰੂਪ ਨੇ? ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਭਗਤੀ ਦੇ ਦੋ ਪੱਖ ਨੇ। ਪਹਿਲਾ ਨੰਬਰ ਆ ਨੌਦਾ ਭਗਤੀ, ਭਗਤੀ 9 ਪ੍ਰਕਾਰ ਦੀ ਹੈ। ਇੱਕ ਭਗਤੀ 9 ਪ੍ਰਕਾਰ ਦੀ ਹੈ, ਦੂਜੀ ਭਗਤੀ ਪ੍ਰੇਮਾ ਭਗਤੀ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਦੱਸ ਰਹੇ ਆ ਕਿ ਭਗਤੀ ਦੇ ਦੋ ਰੂਪ ਨੇ। ਪਹਿਲਾ ਨੰਬਰ ਨੌਦਾ ਭਗਤੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੀਜਾ ਰਾਗ, ਰਾਗ ਗੌੜੀ, ਤੇ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਆ ਭਗਤ ਨਵੈ ਪ੍ਰਕਾਰਾ। ਜੋ ਭਗਤੀ ਹੈ ਉਹ 9 ਪ੍ਰਕਾਰ ਦੀ ਹੈ, 9 ਰੂਪ ਨੇ ਭਗਤੀ ਦੇ। ਦੱਸਿਆ ਕਿੰਨੇ ਆ? ਪੰਡਤ ਵੇਦ ਪੁਕਾਰਾ, 4 ਵੇਦਾਂ ਨੂੰ ਪੜਿਆ ਮਹਾਮੰਡਲੇਸ਼ਵਰ। ਵਿਦਿਆ ਮਾਰਤੰਡ ਰਿਸ਼ੀਆਂ ਮੁਨੀਆਂ ਨੇ ਪੰਡਤ ਨਾਂ ਆ ਜਿਹੜਾ ਵਿਦਿਆ ਦਾ ਧਾਰਨੀ ਹੋਵੇ। ਬਿਨ ਵਿਦਿਆ ਕੈਸੇ ਕੋ ਪੰਡਤ ਗੁਰਬਾਣੀ। ਪੰਡਤ ਉਹਨੂੰ ਮੰਨਦੀ ਹੈ ਜਿਹੜਾ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ, ਜਿਹੜਾ ਖੰਡਨ ਤੇ ਮੰਡਨ ਦੋਵੇਂ ਗੱਲਾਂ ਕਰਨ ਦੀ ਸੂਝ-ਬੂਝ ਰੱਖਦਾ ਹੋਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਝੂਠ ਦਾ ਖੰਡਨ ਕਰਨ ਜਾਣਦਾ ਹੋਵੇ, ਸੱਚ ਦਾ ਮੰਡਨ ਕਰਨ ਜਾਣਦਾ ਹੋਵੇ, ਉਹਨੂੰ ਵੇਦਾਂ ਸ਼ਾਸਤਰਾਂ ਦੇ ਭਾਵ ਧਾਰਮਿਕ ਦੁਨੀਆ ਦੇ ਅੰਦਰ ਪੰਡਤ ਜਾਣਿਆ ਜਾਂਦਾ ਹੈ। ਪੰਡਤ ਵੇਦ ਪੁਕਾਰਾ, 4 ਵੇਦਾਂ ਦੇ ਵਿੱਚ ਇਹ ਵਿਚਾਰਧਾਰਾ ਦੱਸੀ ਸੀ ਕਿ ਭਗਤੀ 9 ਪ੍ਰਕਾਰ ਦੀ ਹੈ। ਤਾਂ ਪੰਡਤ ਕਹੀਏ ਵਿਦਵਾਨ ਸੱਜਣਾ ਨੇ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ, ਫਿਰ ਉਹਨਾਂ ਨੇ ਅੱਗੇ ਸੰਸਾਰ ਦੇ ਜੀਵਾਂ ਨੂੰ ਦੱਸਿਆ ਵੀ ਗੁਰਮੁਖੋ ਭਗਤੀ 9 ਪ੍ਰਕਾਰ ਦੀ ਹੈ। ਮਹਾਂਪੁਰਖ ਦੋਹਰਾ ਪੜਾਇਆ ਕਰਦੇ ਸਨ ਕਿ ਭਗਤੀ 9 ਪ੍ਰਕਾਰ ਦੀ ਹੈ। ਸ਼ਰਵਣ ਸਿਮਰਨ ਕੀਰਤਨ ਪਾਦ ਸੇਵਿਆ ਰਚਾਨ, ਦਾਸਾ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। ਇਹ 9 ਪ੍ਰਕਾਰ ਦੀ ਭਗਤੀ ਮੰਨੀ। ਜਰਾ ਆਪਾਂ ਨਾ ਬਾਣੀ ਦੇ ਮੁਤਾਬਕ ਨਾਲ ਇਤਿਹਾਸ ਦਾ ਪੱਖ ਵਿਚਾਰ ਕੇ ਚੱਲੀਏ। ਜਿਸ ਦਿਨ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦਾ ਨਿਰਮਾਣ ਕੀਤਾ, ਸਾਰੀ ਸ੍ਰਿਸ਼ਟੀ 9 ਖੰਡ ਪ੍ਰਿਥਵੀ ਹੈ। 9 ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਾ ਸਭ ਕੋਏ। 9 ਖੰਡ ਪ੍ਰਿਥਵੀ ਫਿਰਾ ਚਿਰ ਜੀਵ ਹੈ। परमात्मा ने ये 9 खंड पृथ्वी की सिरजना की है। इस 9 खंड पृथ्वी के उत्ते अकाल पुरख वाहिगुरु ने पहला नवै नाथ नव खंडा 9 नाथ पैदा किए। अकाल पुरख वाहिगुरु जिन्हों भट्ट साहबान सवैयां च लिखते ने, गुण गावै नवनाथ धन गुर सच समायो, मां धांता गुण रवै जेन चक्रवै कहायो। 9 नाथ पैदा किए अकाल पुरख वाहिगुरु ने भी तुसीं साखी बना के दुनिया ते भेजिया, जाओ जाके परमात्मा दा नाम जपाओ। पर कलगीधर पातशाह बचित्र नाटक च लिखते ने, सब अपनी अपनी उरझाना सतनाम काहू ना जपाना। वो 9 नाथ जिहड़े दुनिया ते भेजे सी, उन्हां ने अपना ही नाम जपाया, उन्हां ने परमेश्वर दा नाम नहीं जपाया। 9 खंड पृथ्वी ते 9 नाथ पैदा किए परमात्मा ने। ते 9 नाथां तो बाद हौली हौली सृष्टि का विधान होया। ते जेड़ा भी मनुख इत्थे पैदा होया, मनुख जाति के 3 पहलू ने गुरमुखो। नंबर 1 ते मनुख आ, इत्ते औरत मर्दा साजे ये सब रूप तुम्हारे। मनुखा जाति के 3 पहलू ने, पहला कहिए मर्द, नंबर 2 ते औरत, नंबर 3 ते खुसरे क्या घर वास।
ਜਾਂ ਮਹਾਰਾਜਾਂ ਦੇ ਆ ਬਈ ਖੁਸਰੇ ਕਿਉਂ ਨਾ ਪਰਮਗਤ ਪਾਈ। ਮਨੁੱਖ ਜਾਤੀ ਦੇ ਤਿੰਨ ਪਹਿਲੂ ਨੇ, ਇੱਕ ਮਰਦ, ਨੰਬਰ 2 ਤੇ ਔਰਤ, ਨੰਬਰ 3 ਤੇ ਕਿੰਨਰ। ਇਹ ਜਿਹੜੇ ਤਿੰਨ ਮਨੁੱਖ ਦੇ ਕੈਟਾਗਰੀ ਦੇ ਬਣਾਏ ਨੇ ਪ੍ਰਮਾਤਮਾ ਨੇ ਪਹਿਲੂ, ਇਹਨਾਂ ਦੇ ਸਰੀਰ ਦੇ 9 ਦਰਵਾਜ਼ੇ ਪ੍ਰਮਾਤਮਾ ਨੇ ਖੁੱਲੇ ਰੱਖੇ ਨੇ, ਜਿਹਨੂੰ ਮਹਾਰਾਜ ਸੰਸਕ੍ਰਿਤ ਜ਼ੁਬਾਨ ਦੇ 67 ਸ਼ਲੋਕਾਂ 'ਚ ਲਿਖਦੇ ਆ, ਨਵੰਤ ਦਵਾਰੰ ਭੀਤ ਰਹਿਤੰ ਬਾਏ ਰੂਪੇ ਸਥੰਭਣ ਹੈ। 9 ਦਰਵਾਜ਼ੇ ਨੇ ਤੇ 9 ਦੇ 9 ਖੁੱਲੇ ਨੇ, ਤੇ 10ਵਾਂ ਪ੍ਰਮਾਤਮਾ ਨੇ ਬੰਦ ਕੀਤਾ ਹੈ। 9 ਖੰਡ ਪ੍ਰਿਥਵੀ, 9 ਨਾਥ ਪੈਦਾ ਕੀਤੇ ਨੇ, ਤੇ ਹਰ ਇੱਕ ਆਏ ਹੋਏ ਜੀਵ ਦੇ ਸਰੀਰ ਦੇ 9 ਹੀ ਦੁਆਰੇ ਜਿਹੜੇ ਨੇ ਪ੍ਰਮਾਤਮਾ ਨੇ ਖੁੱਲੇ ਰੱਖੇ ਨੇ, 10ਵਾਂ ਬੰਦ ਪਿਆ। ਇਹ 9 ਦਰਵਾਜ਼ਿਆਂ ਦੀ ਗਿਣਤੀ ਜ਼ਿਆਦਾਤਰ ਤਾਂ ਹੈ ਕਿਉਂਕਿ ਖੁੱਲੇ ਨੇ, ਬਹੁਮਤ ਇਹਨਾਂ ਦਾ। 10ਵਾਂ ਬੰਦ ਪਿਆ ਉਹ ਤੇ ਕਿਸੇ ਟਾਵੇਂ ਟਾਵੇਂ ਮਹਾਂਪੁਰਖ ਦਾ ਖੁੱਲਦਾ। ਹੋਰ ਪੇਪਰਾਂ ਦੇ ਤੇ ਹਰ ਇੱਕ ਬੰਦੇ ਦਾ ਖੁੱਲਾ ਹੋਇਆ, ਕਿਉਂਕਿ ਪੂਰਨ ਬ੍ਰਹਮ ਗਿਆਨੀ, ਪੂਰਨ ਮਹਾਂਪੁਰਖ। ਪੇਪਰ ਤੇ ਦਰਵਾਜ਼ਾ ਖੁੱਲਣ ਲੱਗਿਆਂ ਦੇਰੀ ਨਹੀਂ ਲੱਗਦੀ। ਉਸ ਤਰ੍ਹਾਂ ਮਹਾਰਾਜ ਦੇ ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁਲੀਜੈ। 10ਵਾਂ ਦਰਵਾਜ਼ਾ ਜਿਹੜਾ ਬੱਜਰ ਕਪਾਟ ਦੀ ਕੰਧ ਆ, ਇਹ ਛੇਤੀ ਕੀਤਿਆਂ ਨਹੀਂ ਖੁੱਲਦਾ। ਅਕਾਲ ਪੁਰਖ ਵਾਹਿਗੁਰੂ ਨੇ 9 ਖੰਡ ਪ੍ਰਿਥਵੀ ਪੈਦਾ ਕੀਤੀ ਹੈ, 9 ਨਾਥ ਪੈਦਾ ਕੀਤੇ ਨੇ, ਸ੍ਰਿਸ਼ਟੀ ਦੇ ਜਿਹੜੇ ਮਨੁੱਖ ਜਾਤੀ ਪੈਦਾ ਕੀਤੀ ਹੈ, 3 ਪਹਿਲੂਆਂ ਦੇ 9 ਦਰਵਾਜ਼ੇ ਖੁੱਲੇ ਰੱਖੇ ਆ ਤੇ 10ਵਾਂ ਬੰਦ ਰੱਖਿਆ। ਇਸ ਸਾਰੀ ਸ੍ਰਿਸ਼ਟੀ ਵਿੱਚੋਂ ਜਿਹੜੇ ਉੱਤਮ ਗਿਣੇ ਜਾਣ ਵਾਲੇ ਮਨੁੱਖ ਜਾਤੀ ਦੇ ਲੋਕ ਨੇ, ਔਰਤ, ਮਰਦ ਤੇ ਕਿੰਨਰ, ਇਹਨਾਂ ਦੇ ਸਰੀਰ ਦੇ ਨਿਰਵਾਹ ਵਾਸਤੇ ਪ੍ਰਮਾਤਮਾ ਨੇ 9 ਰਸ ਪੈਦਾ ਕੀਤੇ ਨੇ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। 9 ਦਰਵਾਜ਼ਿਆਂ ਨੂੰ ਪ੍ਰਮਾਤਮਾ ਨੇ 9 ਰਸ ਦਿੱਤੇ ਨੇ। ਹੁਣ ਆਪਣਾ ਧਿਆਨ 9 ਰਸਾਂ 'ਚ ਲੱਗਾ ਹੋਇਆ ਬਹੁਤਾਤ ਅੰਦਰ। ਜਿਨ੍ਹਾਂ ਦਾ ਧਿਆਨ 9 ਰਸਾਂ ਵਿੱਚ ਲੱਗਾ ਹੋਇਆ, ਉਹਨਾਂ ਦੇ 9 ਦਰਵਾਜ਼ੇ ਨਾ ਅੱਜ ਬੰਦ ਹੋਣੇ ਆ, ਨਾ 4 ਸਾਲਾਂ ਨੂੰ ਹੋਣੇ ਨੇ, ਜਿੱਥੇ ਮਰਜ਼ੀ ਲਿਖ ਲਓ। ਮਹਾਰਾਜ ਦੇ ਜਿਹੜੇ ਬੰਦੇ ਦੇ ਸਰੀਰ ਵਿੱਚ ਇਤੇ ਰਸ ਸਰੀਰ ਕੇ 9 ਰਸ ਸਰੀਰ ਨੂੰ ਲੱਗੇ ਕੌਣ ਕਹਿ ਘਟ ਨਾਮ ਨਿਵਾਸ, ਉਹਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਕਿੱਦਾਂ ਸੇਵਾ ਕਰ ਸਕਦਾ। ਉਸ ਤਰ੍ਹਾਂ ਭਾਵੇਂ ਆਪਾਂ ਆਖੀ ਜਾਈਏ ਗੁਰਬਾਣੀ ਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ, ਮਹਾਰਾਜ ਦੇ ਇਸ ਤਰ੍ਹਾਂ ਨਹੀਂ ਵਸ ਚ ਆਉਣੀ। 40-40 ਸਾਲ ਹੋ ਗਏ ਲੋਕਾਂ ਨੂੰ ਅਖੰਡ ਪਾਠ ਸਾਹਿਬ ਕਰਦੇ ਆ, ਸਹਿਜ ਪਾਠ ਕਰਦੇ ਆ। ਉਹਨਾਂ ਨੂੰ ਪੁੱਛ ਕੇ ਵੇਖੋ ਵੀ ਦੱਸ ਤੈਨੂੰ ਬੈਖਰੀ ਬਾਣੀ ਦੀ ਗੱਲ ਛੱਡ ਮਧਮਾ ਬਾਣੀ ਦਾ ਅਭਿਆਸ ਸ਼ੁਰੂ ਹੋਇਆ? ਨਹੀਂ, ਅਜੇ ਪਸੰਤੀ ਦੀ ਗੱਲ ਤੇ ਦੂਰ ਦੀ ਆ, ਪਰਾਂ ਤੇ ਬੜੇ ਦੂਰ ਜਾ ਕੇ ਗੱਲ ਬਣਨੀ। ਤੋ ਮਹਾਰਾਜ ਨੇ ਇਸ ਸੰਸਾਰ ਦੇ ਜੀਵਾਂ ਤੇ 9 ਰਸ ਪੈਦਾ ਕੀਤੇ ਨੇ। ਬਾ ਕਮਾਲ ਦੀ ਬਾਤ ਆ ਕਿ 10 ਪਾਤਸ਼ਾਹੀਆਂ ਵਿੱਚੋਂ 9ਵਾਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, 10 ਪਾਤਸ਼ਾਹੀਆਂ ਵਿੱਚੋਂ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ, ਗੁਰੂ ਕੇ ਸਿੱਖੋ, ਐ 9 ਖੰਡ ਪ੍ਰਿਥਵੀ ਦੇ ਉੱਤੇ 9 ਨਾਥ ਆਏ ਚਲੇ ਗਏ ਆ, ਆਪਾਂ ਵੀ ਆਏ ਆ, ਸਾਡੇ ਸਰੀਰ ਦੇ 9 ਦਰਵਾਜ਼ੇ ਨੇ, ਜੇ ਬੰਦ ਕਰਨਾ ਚਾਹੁੰਦੇ ਆ ਨਾ ਤੇ ਆਓ ਆ ਦੁਨੀਆ ਦਾ ਲਟਾਕਾ ਛੱਡੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਦੇ ਰਸੀਏ ਬਣੋ। 217 ਅੰਗ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਗਾਂ ਦੇ ਮੁਤਾਬਕ। ਮੈਂ ਬੇਨਤੀ ਕੀਤੀ ਹੈ 14 ਅੰਗ ਤੋਂ ਰਾਗ ਸ਼ੁਰੂ ਹੁੰਦੇ ਨੇ, ਸ੍ਰੀ ਰਾਗ 'ਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਨਹੀਂ। ਦੂਸਰੇ ਰਾਗ ਮਾਝ ਰਾਗ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਨਹੀਂ। ਤੀਸਰੇ ਰਾਗ ਗੌੜੀ ਰਾਗ ਅੰਦਰ 9ਵੇਂ ਪਾਤਸ਼ਾਹ ਦੇ ਬਾ ਕਮਾਲ ਦੀ ਬਾਤ ਆ, 9 ਸ਼ਬਦ ਇਕੱਠੇ ਵਿਦਮਾਨ ਕੀਤੇ ਨੇ, ਜਿੱਥੋਂ ਬਾਣੀ ਪਹਿਲਾਂ ਸ਼ੁਰੂ ਹੋਈ 9ਵੇਂ ਪਾਤਸ਼ਾਹ ਦੀ। 9ਵੇਂ ਪਾਤਸ਼ਾਹ ਦੇ 9 ਸ਼ਬਦ ਲਗਾਤਾਰ ਮਹਾਰਾਜ ਨੇ ਉਚਾਰਨ ਕੀਤੇ ਨੇ। ਗੌੜੀ ਮਹੱਲਾ ਨਾਵਾਂ, ਆ 9ਵਾਂ ਨਾ ਕਿਹਾ ਕਰੋ, ਜਿਹੜੇ ਬੰਦੇ ਪੜ੍ਹਨੇ ਕਿਤੇ ਮਹਾਂਪੁਰਖ ਕੋਲੋਂ, ਉਹ 9ਵਾਂ ਹੀ ਉਚਾਰਨ ਕਰਦੇ। 8 ਪਹਿਰੀ 8 ਖੰਡ, 9ਵਾਂ ਖੰਡ ਸਰੀਰ, ਸੰਥਾ ਗੁਰਬਾਣੀ ਦੇ ਵਿੱਚ ਹੀ ਹੈ, ਮਾੜਾ ਧਿਆਨ ਰੱਖਣਾ ਪੈਂਦਾ। ਗੌੜੀ ਮਹੱਲਾ ਨਾਵਾਂ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ।
ਨੌਵੇਂ ਪਾਤਸ਼ਾਹ ਦੇ 9 ਹੀ ਸ਼ਬਦ ਨੇ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਇਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੇਖਿਆ ਵੀ ਪਹਿਲੀਆਂ 5 ਪਾਤਸ਼ਾਹੀਆਂ ਪ੍ਰੇਮਾ ਭਗਤੀ ਕਰਦਿਆਂ ਜੀਵਨ ਗੁਜ਼ਾਰ ਗਈਆਂ, ਹੁਣ ਟਰਨਿੰਗ ਪੁਆਇੰਟ ਆ ਗਿਆ। ਆਖਿਆ ਜਿੰਨੇ ਗੁਰੂ ਕੇ ਢਾਡੀ ਸਾਹਿਬਾਨ ਉਹ ਲਿਆਓ, ਆਓ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਵੀਰ ਰਸ ਦੀਆਂ ਵਾਰਾਂ ਗਾਓ। ਉਹ ਜੋ ਢਾਡੀ ਸਾਹਿਬਾਨਾਂ ਦੇ ਕੋਲ ਸਰੰਗੀ ਸੀ ਉਹਦੇ ਸੁਰ ਵੀ 9 ਸੀ। 9 ਸੁਰ ਸਨ ਜਿੱਥੋਂ ਵੀਰ ਰਸ ਪੈਦਾ ਹੋਇਆ। ਤੇ ਇੱਕ ਨਾ ਭਾਈ ਨੰਦ ਲਾਲ ਜੀ ਨੇ ਜਿਹੜੀਆਂ ਗਜ਼ਲਾਂ ਲਿਖੀਆਂ, ਉਹਦੀ ਜਿਹੜੇ ਸਿੱਖ ਪੜ੍ਹਦੇ ਨਹੀਂ ਹੈ, ਧਿਆਨ ਨਾਲ ਪੜ੍ਹਦੇ ਤੇ ਹੋਣਗੇ ਪਰ ਖੋਜਦੇ ਨਹੀਂ ਗੱਲ ਨੂੰ। ਹੈ ਤੁਸੀਂ ਅਕਸਰ ਮਹਾਂਪੁਰਖਾਂ ਵਿਦਵਾਨਾਂ ਕੋਲੋਂ ਇੱਕ ਭਾਈ ਨੰਦ ਲਾਲ ਦੀ ਗਜ਼ਲ ਸੁਣੀ ਆ ਵੀ ਜਿਹੜੇ ਬੰਦੇ ਰੱਬ ਨੂੰ ਪਿਆਰੇ ਹੋ ਜਾਂਦੀਆਂ 9 ਨਿਸ਼ਾਨੀਆਂ ਨੇ। ਨਵ ਨਿਸ਼ਾਨੀ ਆਸ਼ਕਾਰਾ, ਨਵ ਨਿਸ਼ਾਨੀ ਹੈ ਪਿਸਰ। ਉਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਬੰਦਗੀ ਕਰਨ ਵਾਲਿਆਂ ਦੀਆਂ 9 ਨਿਸ਼ਾਨੀਆਂ ਨੇ, ਨਹੀਂ ਨਹੀਂ, ਮਾਫ ਕਰਨਾ। ਜਦੋਂ ਭਾਈ ਨੰਦ ਲਾਲ ਦੀ ਲਿਖਤ ਪੜਨ ਬਵੋਗੇ ਨਾ ਤਾਂ ਉਹਦੇ ਉੱਤੇ ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ ਵੀ ਇਹ ਜਿਹੜੀਆਂ ਗਜ਼ਲਾਂ ਮੈਂ ਲਿਖ ਰਿਹਾ ਕਲਗੀਧਰ ਪਾਤਸ਼ਾਹ ਦੇ ਚਿਹਰੇ ਨੂੰ ਵੇਖ ਕੇ, ਨੂਰੀ ਚਿਹਰੇ ਨੂੰ ਵੇਖ ਕੇ ਜੋ ਲਿਖਤ ਲਿਖ ਰਿਹਾ, ਇਹ ਗਜ਼ਲਾਂ ਦੀ ਸਮਝ ਉਸ ਬੰਦੇ ਨੂੰ ਪੈਣੀ ਹੈ ਜਿਸ ਬੰਦੇ ਵਿੱਚ 9 ਨਿਸ਼ਾਨੀਆਂ ਹੋਣਗੀਆਂ। ਪਤੇ ਦੀ ਗੱਲ ਤਾਂ ਇਹ ਹੈ ਕਿ ਇਹ ਸਾਰੀਆਂ ਗਜ਼ਲਾਂ ਭਾਵੇਂ ਜ਼ਿੰਦਗੀ ਨਾਮਾ ਹੈ, ਬੰਦਗੀ ਨਾਮਾ ਹੈ ਜਾਂ ਸਫਰਨਾਮਾ ਹੈ, ਉਸ ਬੰਦੇ ਨੂੰ ਇਸ ਵਿਦਿਆ ਦੀ ਸਮਝ ਪੈ ਗਈ ਜਿਹੜਾ ਬੰਦਾ ਇਹ 9 ਨਿਸ਼ਾਨੀਆਂ ਦਾ ਧਾਰਨੀ ਹੋ ਚੁੱਕਾ। ਜਿਹੜਾ ਘੱਟ ਬੋਲਦਾ, ਘੱਟ ਖਾਂਦਾ, ਘੱਟ ਸੌਂਦਾ, ਜਿਹਦਾ ਚਿਹਰਾ ਪੀਲਾ ਹੋ ਚੁੱਕਾ ਪਰਮੇਸ਼ਰ ਦੇ ਬਰਾਗ ਅੰਦਰ, ਜਿਹੜਾ ਸਾਰਾ ਦਿਨ ਠੰਡੇ ਹੌਕੇ ਭਰਦਾ ਹੈ, ਜਿਹੜਾ ਪਰਮੇਸ਼ਰ ਦੇ ਲਈ ਹਰ ਪਲ ਜਿਹਦੀਆਂ ਅੱਖਾਂ ਸਿਜਲ ਰਹਿੰਦੀਆਂ ਨੇ, ਜਿਸ ਬੰਦੇ ਵਿੱਚ 9 ਗੁਣ ਹੋਣਗੇ ਉਹਨੂੰ ਮੇਰੀ ਲਿਖਤ ਜਿਹੜੀ ਸਮਝ ਪੈਗੀ। ਇਹ ਨਹੀਂ ਕਿਹਾ ਕਿ ਉਹ ਬ੍ਰਹਮ ਗਿਆਨੀ ਹੋ, ਕਹਿਣ ਲੱਗੇ ਮੇਰੀ ਲਿਖਤ ਉਹਨੂੰ ਸਮਝ ਪੈਣੀ ਜਿਹਦੇ ਚ 9 ਨਿਸ਼ਾਨੀਆਂ ਹੋਣਗੀਆਂ। ਭਾਈ ਨੰਦ ਲਾਲ ਜੀ ਨੇ ਵਿਦਵਾਨ ਬੰਦੇ ਦੀਆਂ 9 ਨਿਸ਼ਾਨੀਆਂ ਦਸੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਦਸਮ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਜਾਂ ਬਾਕੀ ਜਿਹੜੇ ਇਤਿਹਾਸਕ ਸਰੋਤ ਨੇ, ਆਪਣੇ ਜਿਹੜੇ ਇਤਿਹਾਸ ਕਿਤਾਬਲੀਆਂ ਨੇ ਸਾਡੀਆਂ, ਇਤਿਹਾਸ ਕਿਤਾਬਲੀਆਂ, ਉਹਨਾਂ ਦੀ ਸਮਝ ਤਾਂ ਪੈ ਗਈ ਜੇ ਬਖਤੇ ਕੋਲ ਇਹ 9 ਗੁਣ ਹੋਣਗੇ ਫਿਰ ਪੂਰਨ ਮਹਾਂਪੁਰਖਾਂ ਦੀਆਂ ਲਿਖਤਾਂ ਜਿਹੜੀਆਂ ਰਾਹ ਦਿੰਦੀਆਂ। ਵਰਨਾ ਬੜੇ ਬੰਦੇ ਨੇ ਪੋਥੀ ਸਹਾਣੇ ਹੀ ਰੱਖਦੇ ਆ, ਪੜ੍ਹਦੇ ਆ, ਫਿਰ ਅੱਖਰ ਭੁੱਲ ਜਾਂਦੇ ਆ। ਅੱਖਰ ਪੜ ਪੜ ਭੁੱਲੀਏ, ਭੇਖੀ ਬਹੁਤ ਬਿਮਾਨ। ਤੋ 9 ਨਿਸ਼ਾਨੀਆਂ ਨੇ ਬਖਤੇ ਲੋਕਾਂ ਦੀਆਂ, ਜਿਹੜੇ ਬਖਤੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਬਖਤੇ ਬਣਾਇਆ, ਉਹਦੀਆਂ 9 ਨਿਸ਼ਾਨੀਆਂ ਨੇ। ਤੋ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਆ, ਭਾਈ ਖਾਨੂ ਤੇ ਭਾਈ ਮਾਈਆ ਤੇ ਨਾਲ ਇਹਨਾਂ ਦੇ ਭਾਈ ਗੋਬਿੰਦਾ ਜਿਹੜਾ ਪ੍ਰੇਮਾ ਭਗਤੀ ਵਿੱਚ ਰਤਿਆ, ਉਹ ਬੇਨਤੀ ਪੈ ਕਰਦੇ ਆ। ਮਹਾਰਾਜ ਨੇ 9 ਪ੍ਰਕਾਰ ਦੀ ਭਗਤੀ, ਨੰਬਰ 1 ਤੇ ਸਰਵਣ ਭਗਤੀ ਆ। ਜੇ ਕੋਈ ਬੰਦਾ ਪ੍ਰਮਾਤਮਾ ਦਾ ਨਾਮ ਜਪਾਉਂਦਾ ਹੋਵੇ ਤਾਂ ਉਹਨੂੰ ਸੁਣੋ, ਕਥਾ ਕੀਰਤਨ ਹੁੰਦਾ ਹੋਵੇ, ਸੁਣੋ, ਭਗਤੀ ਹੈ। ਸਰਵਣ ਭਗਤੀ 1 ਨੰਬਰ ਤੇ ਰੱਖੀ ਹੈ। ਨੰਬਰ 2 ਤੇ ਕੀਰਤਨ ਭਗਤੀ ਹੈ, ਆਪ ਪਰਮੇਸ਼ਰ ਦੀ ਕੀਰਤ ਕਰਨੀ। ਨੰਬਰ 3 ਤੇ ਸਵਾਸ ਸਵਾਸ ਸਿਮਰਨ ਭਗਤੀ ਹੈ। ਨੰਬਰ 4 ਤੇ ਦਾਸਾ ਭਾਵ ਆਪ ਸੇਵਕ ਬਣਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੁਆਮੀ ਜਾਣਨਾ। ਪਾਦ ਸੇਵ ਪਾਦ ਕੀ, ਪਾਦ ਪਾਦ ਨਾ ਹੈ ਪੈਰਾਂ ਦਾ, ਚਰਨਾਂ ਦੀ ਸੇਵਾ ਕਰਨੀ। ਜਿਵੇਂ ਮੰਨ ਲਓ ਕਿ ਚੱਤੋ ਪੈਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਰੱਖਣਾ। ਜੇ ਦਰਬਾਰ ਚ ਆਉਣਾ ਤਾਂ ਬੜੇ ਅਦਬ ਨਾਲ ਨਮਸਕਾਰ ਕਰਨੀ ਹੈ। ਕਈ ਬੰਦਿਆਂ ਨੂੰ ਅਜੇ ਤੱਕ ਨਮਸਕਾਰ ਕਰਨੀ ਨਹੀਂ ਆਈ। ਗੁਰਮੁਖੋ ਕੁਝ ਗੱਲਾਂ ਸਿੱਖਣ ਵਾਲੀਆਂ। ਜੇ ਇਸ਼ਨਾਨ ਕਰਨ ਲੱਗੀਏ ਨਾ ਤਾਂ ਜੁਗਤੀ ਹੈ, ਇਸ਼ਨਾਨ ਕਰਨ ਵਾਸਤੇ ਕਦੇ ਮੂੰਹ ਤੇ ਸਾਬਣ ਪਹਿਲਾਂ ਨਹੀਂ ਲਾਈਦਾ। ਜੇ ਅੱਖਾਂ 'ਚ ਸਾਬਣ ਪੈ ਗਿਆ ਪਏ ਲੋਕੀ ਟੂਟੀਆਂ ਨਾਲ ਸਿਰ ਮਾਰਦੇ ਫਿਰਦੇ। ਇਹੋ ਹਾਲ ਆ ਬਾਣੀ ਪੜਨ ਵਾਲਿਆਂ ਦਾ, ਕਿਤੋਂ ਸਿੱਖਦੇ ਨਹੀਂ ਹੈ। ਚੁੱਕਿਆ ਗੁਟਕਾ ਸਾਹਿਬ ਪੜਨ ਬਹਿ ਜਾਂਦੇ, ਉਹ ਅੱਖਰ ਕੋਈ ਸਮਝ ਨਹੀਂ ਲੱਗਦੀ। 4 ਕੁ ਦਿਨ ਪੜਦੇ, ਫਿਰ ਮੇਰਾ ਤੇ ਜੀ ਮਨ ਨਹੀਂ ਟਿਕਦਾ। ਜੁਗਤੀ ਇਹ ਆ ਕਿ ਪਹਿਲਾਂ ਸੰਥਾ ਕਰੀਦੀ ਫਿਰ ਬਾਣੀ ਪੜੀਦੀ ਹੈ। ਨਹਾਉਣ ਦੀ ਵੀ ਜੁਗਤੀ ਹੈ। ਕੋਈ ਭੈਣ ਭਰਾ ਆ ਜੇ ਤੇ ਉਹਦੇ ਅਦਬ ਵਿੱਚ ਜਲ ਪਾਣੀ ਛਕਾਈਦਾ, ਕਿਸੇ ਨੂੰ ਸੁੱਕੀ ਚਾਹ ਨਹੀਂ ਪਿਆਈ ਦੀ।
तेरे घर पए पदार्थां दा चार पाना, जदों आए नूं कोई चीज ही नहीं खाण पीण नूं मिली है। घर आए भैन भरा दा आदब सत्कार करीदा, कोई खाण दा भुखा नहीं आउंदा है, पर कदे कदे शरीर नूं लोड़ हुंदी है किसी चीज दी। इसे तरह ये जुगतियां ने, बाणी पढ़न बाणी समझण, नमस्कार करना भी जुगती आ। गुरु ग्रंथ साहब मारे तुसी घर लैके जांदे आ, वो सब तो अनजान बच्चे नूं तुसी कड़ताल फड़ा दिंदे जे। वो लकड़ दी थौड़ी हुंदी, वो इत्थों लिया के थौड़ी मारदा, तो जदों जोर दी घंटी मारोगे थौड़ी टुट के ओ गई हुंदी है। कड़ताल दी मर्यादा है, कड़ताल दे उत्ते जिन्नी प्यार नाल थौड़ी मारोगे उन्नी सोहनी ते आवाज मिठी पैदा होवेगी। जदों उत्ते दब के सट मारोगे ਉਹ ਚੋਂ ਸਾਊਂਡ नहीं पैदा होगी, नाले तुहाडी थौड़ी टुटेगी जां डिगेगी। इसे तरह नमस्कार करने का भी तरीका है। नमस्कार भगती है, कोई मत्था टेकना लोक लज्जा नहीं है। नमस्कार भगती है, बड़े अदब नाल आओ, भेटा रखो, सतगुरां नूं शीश झुकाओ, अरदास करो, महाराज कृपा कीती मैं आप दी शरण च आया। शरण च आके ये पाद सेव भगती है, गुरु साहब दे चरनां दा अदब सत्कार करना। पाद सेव रचान रचान की अर्चना, रुमाले साहब भेटा करने, फुल्लां दे गुलदस्ते भेटा करने, जां होर सुगंधी वालियां वस्तुआं भेटा करनियां महाराज ने। फिर उस तो बाद दासा भाव आप सेवक रहना, गुरु नूं स्वामी जानना। सखापन, गुरु नूं मित्र जानना। कलगीधर पातशाह ने यह भगती की। सखापन, माछीवाड़ के जंगलों च पै पै अरदासां करदे आ, मित्र प्यारे नूं हाल मुरीदां दा कहना। सखापन भगती है। दासा सखापन बंदना नमस्कार। अपने गुरु घर इत्थे चलो हुण अवेलेबल नहीं ना है, जो आप अपने गुरु घर जाना, गुरु ग्रंथ साहब नमस्कार करके परिक्रमा जरूर करनी है। ये भगती है, परिक्रमा करनी, नमस्कार करना। नमस्कार करके परिक्रमा करके फिर नमस्कार करके सज्जे खब्बे बहना, ये भगती है। सर्ब निवेदन जान नौवीं भगती है। सर्ब निवेदन जान, जिन्हों महाराज जाते आ तन मन धन सब सौंप गुर को हुक्म मन्निया पाई। गुरु अंगद देव महाराज ने 9 प्रकार की भगती दृढ़ कराई, ते भाई खानू ते भाई माइया ते भाई गोबिंदा ये बचन दृढ़ पै करदे आ भी ये इक्को ही कर्म करन दे नाल साडा लोक ते परलोक सवर जाना। महाराज जी कृपा करो, तुसीं कहा सी भी भगती दे 2 रूप ने। पहला नंबर नौधा भगती 9 प्रकार दी, नंबर 2 ते महाराज ने 9 दूजे नंबर ते प्रेमा भगती। भाई गुरदास जी लिखते हैं 9 भगती 9 भगत कर। 9 प्रकार की भगती है, गुरु के सिख ने 9 प्रकार की भगती करनी है। पहला नंबर, जदों 9 प्रकार की भगती करांगे आपां तां महाराज कहंदे तेग बहादुर सिमरिया घर 9 ने दियावै धाए। जदों सिख ने 9 प्रकार की भगती कर लई, नाम सुनिया भी, जपिया भी, सिमरन भी कीता, सेवक भी बनिया, बंदना भी कीती, नमस्कार कीती, मित्र भी जानिया, गुरु नूं दास भी बन के विचरिया, सर्ब निवेदन जान तन मन धन सब सौंप गुर को हुक्म मन्निया पाई दी बिरती बन गई। तां उस तो बाद महाराज ने इत्ते कृपा करनी, इहनूं 9 प्रकार की भगती दे देनी है। 9 निधियां इहदे जुबान ते हत्थां विच बरकत आ जानी। जिहड़े काम नूं हत्थ पाएगा अपने आप हो जाना है। जुबान चो जेड़ा बोल बोलेगा अपने आप पूरा हो जाना है। प्रभ जी बसा साध की रसना। 9 प्रकार की भगती गुरु तेग बहादुर साहब मानदे घर 9 निधि आवे धाए, दरवाजा बंद होवे, जाली वाला दरवाजा बंद होवे, लकड़ दा दरवाजा बंद होवे, तू अंदर पर्दा ताणिया होवे, दे किवाड़ अनक पड़दे मैं, सारे घर दियां चीखां बंद होण, मारे कह लगे तू सुता भी होवे, गुरु ने कृपा करनी है सारियां दुनिया दियां रिधियां सिद्धियां वल वल के ना दौड़दियां होइयां तेरे घर विच आउणगियां। तू सुता पिया, तेनू पता ही है नहीं, जे तू 9 प्रकार की भगती कर ली। भगत 9 प्रकार, 9 प्रकार की भगती गुरु के सिख ने करनी है। 9 भगती 9 भगत कर।
नौ दी नौ प्रकार दी भगती करके भाई गुरदास जी जिहड़े गुरमुख ने ना वो इतों भी अगे कदम रखते हैं। गुरमुख प्रेम भगत लिव लाई, जिहड़े गुरमुख ने वो प्रेमा भगती करते हैं, फिर परमेश्वर नाल लिव लाई रखते हैं। गुरु अंगद देव महाराज कहन लगे प्रेमा भगती जिहड़ी है जरूरी है। महाराज इहदा की रूप आ? कहन लगे प्रेमा भगती इस तरह जिवें दरख्त नूं फल लगदा ना, जदों प्रेमा भगती करन लगीए तो ਉਹਦਾ रूप ऐसा ਹੁੰਦਾ दरख्त नूं फल लगे। ਤੁਸੀਂ ਕਿਤੇ ਜੇਠ ਹਾੜ ਦੇ ਮਹੀਨੇ, ਜੇਠ ਦੇ ਮਹੀਨੇ ਆਪਣੇ ਬੂਟੇ ਨੂੰ ਲੱਗੇ ਅਮਰੂਦ ਦੇ ਫਲ ਨੂੰ ਚੱਕ ਮਾਰੋਗੇ ਤਾਂ ਕੱਚਾ ਕੌੜਾ ਹੁੰਦਾ, ਉਹ ਚ ਰਸ ਨਹੀਂ ਆ, ਬੰਦਾ ਚੱਕ ਮਾਰ ਕੇ ਥੁੱਕ ਦਿੰਦਾ। ਤੇ ਜੇਠ ਤੋਂ ਬਾਅਦ ਹਾੜ ਦਾ ਮਹੀਨਾ ਆਉਂਦਾ, ਦੇ ਵਿੱਚ ਥੋੜੀ ਜਿਹੀ ਖਟਾਸ ਪੈਦਾ ਹੋ ਜਾਂਦੀ, ਕਸੈਲਾ ਬਣ ਜਾਂਦਾ ਤੇ ਰੰਗ ਬਦਲਣ ਲੱਗ ਜਾਂਦਾ। ਜੈਡ ਗ੍ਰੀਨ ਤੋਂ ਬਾਅਦ ਉਹ ਪੀਲਾ ਪੈਣਾ ਸ਼ੁਰੂ ਹੋ ਜਾਂਦਾ। ਆਖਰ ਜਦੋਂ ਭਾਦਰੋਂ ਦਾ ਮਹੀਨਾ ਚੜਦਾ ਜਾਂ ਸੌਣ ਦਾ ਮਹੀਨਾ ਚੜਦਾ, ਬੂਟਾ ਅਮਰੂਦ ਪੱਕ ਜਾਂਦਾ, ਫਲ ਪੱਕ ਜਾਂਦਾ। ਇਸ ਤਰ੍ਹਾਂ ਹੀ ਪ੍ਰੇਮਾ ਭਗਤੀ ਹੈ, ਜਦੋਂ ਨਵੇਂ ਨਵੇਂ ਕਰਨ ਲੱਗੀਏ ਤੇ ਮਨ ਨਹੀਂ ਜੁੜਦਾ ਹੈ, ਮਨ ਇਕਾਗਰ ਨਹੀਂ ਹੁੰਦਾ ਨਵੇਂ ਨਵੇਂ ਜੁੜਿਆ। ਪਰ ਹੌਲੀ ਹੌਲੀ ਥੋੜੇ ਦਿਨਾਂ ਤੱਕ ਮਨ ਜੁੜਨ ਲੱਗ ਜਾਂਦਾ, ਗੁਰੂ ਨਾਲ ਪ੍ਰੇਮ ਵਧਣ ਲੱਗ ਜਾਂਦਾ ਤੇ ਮਨੁੱਖ ਦੀਆਂ ਅੱਖਾਂ 'ਚੋਂ ਪਾਣੀ ਆਉਣ ਲੱਗ ਜਾਂਦਾ, ਵਾਸੀਆਂ ਆਉਣ ਲੱਗ ਜਾਂਦੀਆਂ ਨੇ, ਜਾਗ ਆਉਣ ਲੱਗ ਜਾਂਦੀ ਹੈ, ਪਿਆਰ ਜਾਗਣ ਲੱਗ ਪੈਂਦਾ। ਹੌਲੀ ਹੌਲੀ ਫਿਰ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਪ੍ਰੇਮਾ ਭਗਤੀ ਨੇਪਰੇ ਚੜ੍ਹਦੀ ਤੇ ਗੁਰੂ ਕਾ ਸਿੱਖ ਜਿਹੜਾ ਸੰਸਾਰ ਨਾਲੋਂ ਟੁੱਟ ਜਾਂਦਾ। ਦੁਨਿਆਵੀ ਨਾ ਪਦਾਰਥ ਦਾ ਪ੍ਰੇਮ ਰਹਿੰਦਾ, ਨਾ ਸਵਾਰਥ ਦਾ ਪ੍ਰੇਮ ਰਹਿੰਦਾ। केवल ते केवल साच कहो सुन लिहो सबै जिन प्रेम कियो तिन ही प्रभ पाए। परमेश्वर नाल प्यार बन जाता है। रोम रोम चो आवाज आउंदी है, अब मन एक स्यों मोह कीना, एक नाल मोह पै जाता है। तो गुरु अंगद देव महाराज कहन लगे गुरु के सिखो ये प्रेमा भगती भी करनी। तुसी दोवें प्यो पुत्र शरण विच आए हो, भाई खानू ते भाई माईया, तुसा दोवां प्यो पुत्रां ने घर दे विच दो तरह की भगती करनी है। 9 प्रकार की भगती भी करनी है ते नाल प्रेमा भगती भी करनी। धन गुरु ग्रंथ साहब महाराज दा 11वां राग राग जैतसरी गुरु अर्जन देव महाराज ने बड़ी सोहनी जुगती दसी। महाराज ने चातरक चितवत बरसत में अड़ा बिंदी दा रौला चलदा ना, गुरमुखो इको ही शब्द ऐसा है गुरु ग्रंथ साहब दे अंदर है। 11वें राग च जैतसरी राग दा शब्द है। जिन्नियां पंक्तियां ने अंत वाले शब्द ते मारे ने बिंदी लाई। चातरक चितवत बरसत में मम्मे नू एक ला लगी ते बिंदी लगी, हा हा मुक्ता है। चातरक चितवत बरसत में है, कृपा सिंध करुणा प्रभ धार हो, हर प्रेम भगत को ने। दो शब्द ने गुरमुखों दे विच। किरपा सिंध करुणा प्रभ धारो, हे वाहिगुरु तू रहमतां दा सागर आ। एक नजर मेरे ते भी स्वली मारना। किरपा सिंध करुणा प्रभ धारो, हर प्रेम भगत को नेह। हरि अकाल पुरख वाहिगुरु जी मैं चाहुंदा मेरा प्रेमा भगती दे नाल ने प्रेम पैदा है। एक ते प्रेमा भगती मेरी झोली च पा दिओ, एक प्रेमा भगती दे नाल फिर ने कहिए मेरा प्यार बनिया रहे। दो गल्लां महाराज ने इकट्ठियां लिखियां, मैनू प्रेमा भगती भी दिओ ते दूजा नंबर प्रेमा भगती दे नाल मेरा प्रेम हो जाए, मेरा ते स्नेह हो जाए, ते फिर मेरा संसार ते आउणा सफला हो जाएगा। गुरु अंगद देव महाराज ने खडूर साहब की धरती अपने शरण में आए हुए गुरसिखां नूं प्रेमा भगती का पाठ पढ़ाया। ये प्रेमा भगती जिहड़ी है बंदगी का रूप है, ते दो रूप ने, 9 प्रकार की भगती ते प्रेमा भगती। सो आपां विचार शुरू कीती सी, तेरी पना खुदाए तू बख्शिंदगी, शेख फरीदा खैर दीजै बंदगी। सारी संगत जितनियां भी संगतां आईयां, सारियां संगतां दा तहे दिलों धन्नवाद। पिछले समय तो तुसीं सोशल मीडिया दे राहीं बहुत सारा मान सन्मान दिता है। गुरु साहब ने कृपा कीती है। सचखंड वासी संत हरदेव सिंह जी लूलो वाले महापुरखा ने 2003 विच मैनू गुरु ग्रंथ साहब महाराज दी बाणी लिखण वास्ते लाया सी ते कहा भी जिस शब्द की कथा करनी इहनूं 8 वारा लिखना है पहला। ते मैं कहा जी ये कारज बड़ा वड्डा, कहन लगे महाराज आपे कृपा करनगे। तो गुरु साहब की कृपा सदका बाणी लिखदियां जेड़े बचन ये तुच्छ बुद्धि विच आए ने, वो आप जी नाल मैं सांझे कीते, विचार करदे बेंत प्रकार दीयां भुल्लां जिहड़ियां सुभावक ने
गुरु साहब दी वडियाई करदियां होइयां भुल्लां दी खिमा बख्शनी। सारियां संगतां दा धन्नवाद, प्रबंधकां दा धन्नवाद, कल आए हुए महापुरखां दा धन्नवाद, जिहड़े अज आके चले गए, जिन्हां ने अजे सेवा निभाउणी है। उन्हां आए हुए सारे गुरु के सिखां दा धन्नवाद, जिहड़े दिन रात ओए पुरख प्राणी धन जन है, उपदेश कर है पर उपकारिया, जिहड़े आप गुरु दा उपदेश पढ़दे सुनदे ते सानू सरवण कराउंदे। मैं बंजर जमीन वैरान कलरी बूटे फजल दे लाए नी मेरवाना। मैं जानदा अपनिया कीतियां नू पढ़दे बांदे पाए ने मेरवाना। ये सारी दी सारी रहमत धन श्री गुरु ग्रंथ साहब महाराज दियां, जिन्हां ने कृपा कीती। जे पास बहाले तां तो जे आराधी, जे मार कड्डे पीते आई। वाहिगुरु जी का खालसा, वाहिगुरु जी की फतेह। ਇਹ ਸਨ ਗਿਆਨੀ ਜਸਵੀਰ ਸਿੰਘ ਜੀ ਖੜਕ,